वाहिगुरु जी का खालसा वाहिगुरु जी की फतेह। अज दा जो सिद्ध गोष्ठ बाणी दा शब्द है वो सारे बड़ी ध्यान दे नाल कंसंट्रेशन दे नाल असीं सारे पढ़ते हैं जी। मैं शब्द पढ़दा, सारे वीर जिहड़े है उहनूं ध्यान नाल सुन के दुनिया सागर दुत्तर कही है, दुनिया सागर दुत्तर कही है, क्यों कर पाई है पारो, चरपट बोलै औदू नानक, देह सच्चा विचारो। आपे आखै आपे समझै, तिस क्या उत्तर दीजै, आपे साजै। आपे आखै आपे समझै, तिस क्या उत्तर दीजै, साच कहो तुम पार ग्रामी, तुझ क्या बैसण दीजै। जैसे जल में कमल निरालम, मुरगाई नैसाणे, सुरत शब्द भव सागर तरियै, नानक नाम वखाणे। रह है एकांत एको मन वस्या, आसा माहे निरासो, अगम अगोचर देख दिखाए, नानक ताका दासो। जैसे जल में कमल निरालम, मुरगाई नैसाणे, सुरत शब्द भव सागर तरियै, नानक नाम वखाणे। रह एकांत एको मन वस्या, आसा माहे निरासो, अगम अगोचर देख दिखाए, नानक ताका दासो। सो अज दा ये शब्द है, असी सारे मनोबिरतियां एकाग्र करके ਇਹਦੇ ਵਿੱਚੋਂ ਆਪਣੇ ਵਾਸਤੇ ਜੀਵਨ ਸਿੱਧਾਂ ਉਹ ਲੱਭਣ ਦੀ ਕੋਸ਼ਿਸ਼ ਕਰੀਏ ਜੀ। ਮੈਂ ਬੇਨਤੀ ਕਰਦਾ ਵੀਰ ਸਰ ਗੁਰਲਾਲ ਸਿੰਘ ਜੀ, ਉਹ ਅੱਜ ਦੀ ਵਿਚਾਰ ਸ਼ੁਰੂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਵੱਡੀਆਂ ਬਾਣੀਆਂ ਦੇ ਵਿੱਚੋਂ ਸਿੱਧ ਗੋਸ਼ਟ ਇੱਕ ਲੰਮੀ ਬਾਣੀ ਹੈ। ਜੇ ਆਪਾਂ ਗੁਰੂ ਸਾਹਿਬ ਦੇ ਜੀਵਨ ਕਾਲ ਬਾਰੇ ਦੇਖੀਏ ਤਾਂ ਜਿਵੇਂ ਬਾਬਰ ਨੂੰ ਮਿਲੇ ਨੇ ਗੁਰੂ ਸਾਹਿਬ, ਤੇ ਬਾਬਰ ਨੇ ਵੀ ਗੁਰੂ ਸਾਹਿਬ ਦੇ ਪ੍ਰਸ਼ਨ ਕੀਤੇ ਨੇ। ਹਰਿਦੁਆਰ ਗਏ, ਬਨਾਰਸ ਗਏ, ਮੱਕੇ ਗਏ, ਸਿੱਧਾਂ ਕੋਲ ਗਏ ਤੇ ਗੁਰੂ ਸਾਹਿਬ ਨੂੰ ਸਾਰਿਆਂ ਨੇ ਪ੍ਰਸ਼ਨ ਪੁੱਛੇ ਨੇ। ਤੇ ਪ੍ਰਸ਼ਨਾਂ ਉੱਥੋਂ ਹੀ ਉਤਪੰਨ ਹੁੰਦੇ ਨੇ ਜਿੱਥੇ ਦੁਬਿਧਾ ਹੋਵੇ ਜਾਂ ਕਿਤੇ ਲੋੜ ਹੋਵੇ, ਮਹਿਸੂਸ ਕੀਤੀ ਜਾਵੇ ਕਿਸੇ ਚੀਜ਼ ਦੀ ਘਾਟ, ਤੇ ਉਹ ਆਪਣੇ ਆਪ ਵਿੱਚ ਕਮੀ ਮਹਿਸੂਸ ਕਰਦੇ ਨੇ। ਪਰ ਪੂਰੀ ਜ਼ਿੰਦਗੀ ਗੁਰੂ ਸਾਹਿਬ ਨੇ ਕਿਸੇ ਤੋਂ ਵੀ ਪ੍ਰਸ਼ਨ ਨਹੀਂ ਕੀਤਾ, ਉਹ ਸਦਾ ਹੀ ਉੱਤਰ ਦਿੰਦੇ ਰਹੇ ਨੇ। ਤੇ ਇਹ ਜਿਹੜੀ ਬਾਣੀ ਵੀ ਹੈ, ਇਹ ਸਿੱਧਾਂ ਦੇ ਪ੍ਰਸ਼ਨਾਂ ਦਾ ਉੱਤਰ ਤੇ ਸਾਡੇ ਜਗਿਆਸੂਆਂ ਸੰਸਾਰੀ ਮਨੁੱਖਾਂ ਲਈ ਰਾਹ ਦਸੇਰਾ ਹੈ। ਜਿਵੇਂ ਸ਼ਬਦ ਦੇ ਵਿੱਚ ਵੀ ਆਇਆ, ਦੁਨੀਆ ਸਾਗਰ ਦੁੱਤਰ ਤਰੀਏ, ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਦੂ ਨਾਨਕ, ਦੇਹ ਸੱਚਾ ਵਿਚਾਰੋ। ਵੀ ਤੁਹਾਡਾ ਸੱਚਾ ਵਿਚਾਰ ਇਸ ਦੁਨੀਆ ਨੂੰ, ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨ ਦਾ ਕੀ ਹੈ, ਸਾਨੂੰ ਉਹ ਦੱਸੋ। ਅਸੀਂ ਤੇ ਜੋ ਹੈਗੇ ਆ, ਸਾਨੂੰ ਉਹਦੇ ਵਿੱਚ ਸ਼ਾਇਦ ਉਹ ਵੀ ਕੋਈ ਘੱਟ ਮਨੁੱਖ ਨਹੀਂ ਸਨ। ਜੇ ਦੇਖੀਏ ਉਹਨਾਂ ਵਿੱਚ ਵੀ ਕੋਈ ਦਾਰਸ਼ਨਿਕ ਵਿਦਵਾਨ ਮੌਜੂਦ ਸਨ, ਬਹੁਤ ਪਹੁੰਚੀਆਂ ਹੋਈਆਂ ਆਤਮਾਵਾਂ ਸਨ, ਪਰ ਫਿਰ ਵੀ ਉਹਨਾਂ ਨੇ ਗੁਰੂ ਸਾਹਿਬ ਦੇ ਵਿੱਚ ਉਹ ਵੰਨਗੀ ਦੇਖੀ ਕਿ ਇਹ ਉਸ ਅਕਾਲ ਪੁਰਖ ਦੇ ਨਾਲ ਅਭੇਦ ਨੇ, ਤੇ ਇਹਨਾਂ ਤੋਂ, ਇਹਨਾਂ ਦੇ ਜੀਵਨ ਦਾ ਸੱਚ ਸਾਨੂੰ ਜਾਣਨਾ ਚਾਹੀਦਾ।
ਕਿ ਉਸ ਅਕਾਲ ਪੁਰਖ ਦੇ ਨਾਲ ਅਭੇਦ, ਉਸ ਦੇ ਗੁਣਾਂ ਨਾਲ ਅਭੇਦ ਅਸੀਂ ਕਿਵੇਂ ਹੋ ਸਕਦੇ ਹਾਂ। ਜੇ ਆਪਾਂ ਦੇਖੀਏ ਕਿ ਸੰਸਾਰ ਦੇ ਵਿੱਚ ਸਮੁੰਦਰ ਦੀ ਗੱਲ ਕਰੀਏ ਤਾਂ ਸਮੁੰਦਰ ਦੇ ਵਿੱਚ ਪਾਣੀ ਹੈ ਤੇ ਸੰਸਾਰ ਦੇ ਵਿੱਚ ਪਦਾਰਥ ਨੇ। ਸਮੁੰਦਰ ਦੇ ਵਿੱਚ ਲਹਿਰਾਂ ਨੇ ਤੇ ਲਹਿਰਾਂ ਦੇ ਵਿੱਚ ਕਦੀ ਕਦਾਈ ਕੋਈ ਕਿਸ਼ਤੀ ਡੁੱਬ ਜਾਂਦੀ ਹੈ ਤੇ ਸੰਸਾਰ ਦੇ ਵਿੱਚ ਪਦਾਰਥਾਂ ਦੀ ਅੱਗੜ ਪਿਛੜ ਦੇ ਵਿੱਚ ਕੋਈ ਜਗਿਆਸੂ ਅਭੇਦ ਹੁੰਦਾ ਅਕਾਲ ਪੁਰਖ ਦੇ ਨਾਲ। ਤੇ ਇਹ ਜਿਹੜਾ ਕਿਰਤ ਹੈ ਇਹ ਇਸ ਸ਼ਬਦ ਦੇ ਵਿੱਚ ਆ। ਇਸ ਪਦਾਰਥੀ ਯੁੱਗ ਦੇ ਵਿੱਚ ਰਹੇ ਇਕਾਂਤ, ਉਹ ਪਦਾਰਥਾਂ ਦੇ ਵੱਸ ਤੋਂ ਬਾਹਰ ਰਹਿ ਕੇ ਅਸੀਂ ਉਸ ਅਕਾਲ ਪੁਰਖ ਦੇ ਨਾਲ ਆਪਣੀ ਸ਼ਬਦ ਨੂੰ ਸੁਰਤ ਦੇ ਨਾਲ ਇੱਕਮਿਕ ਕਰਕੇ, ਕਾਦਰ ਦੀ ਕੁਦਰਤ ਦੇ ਨਾਲ ਇੱਕਮਿਕ ਕਰਕੇ ਅਸੀਂ ਅਭੇਦ ਹੋ ਸਕਦੇ ਹਾਂ, ਉਹਦੇ ਗੁਣਾਂ ਨੂੰ ਗ੍ਰਹਿਣ ਕਰ ਸਕਦੇ ਹਾਂ। ਜਿਵੇਂ ਸੰਸਾਰ ਦੀ ਆਪਾਂ ਅੱਜ ਕੱਲ ਗੱਲ ਪ੍ਰਚਲਿਤ ਹੈ ਤੇ ਅਸੀਂ ਸੇਮ ਪੇਜ ਤੇ ਆ। ਉਹ ਵੱਡੇ ਨੂੰ ਜਾਣਨ ਲਈ ਸਾਨੂੰ ਵੱਡਾ ਹੋਣਾ ਪੈਣਾ ਤੇ ਵੱਡੇ ਹੋਣ ਲਈ ਸਾਨੂੰ ਗੁਣਾਂ ਦਾ ਗ੍ਰਹਿਣ ਕਰਨਾ ਪੈਣਾ। ਤੇ ਸੋ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਉਹਨਾਂ ਗੁਣਾਂ ਦੀ ਪੁੱਛ ਸਿੱਧ ਕਰ ਰਹੇ ਨੇ ਗੁਰੂ ਸਾਹਿਬ ਤੋਂ ਵੀ ਇਹ ਜਿਹੜਾ ਸੱਚਾ ਵਿਚਾਰ ਆ ਸਾਨੂੰ ਦਿਓ। ਗੁਰੂ ਸਾਹਿਬ ਕਹਿੰਦੇ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜਾ। ਉਹਨੂੰ ਉੱਤਰ ਦੇਣ ਦੀ ਕੀ ਲੋੜ ਹੈ। ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਨ ਦੀਜੈ। ਗੁਰੂ ਸਾਹਿਬ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨ ਹੈ। ਜਿੱਦਾਂ ਪਾਣੀ ਦੇ ਵਿੱਚ, ਜਲ ਦੇ ਵਿੱਚ ਮੁਰਗਾਈ ਪੰਛੀ ਜਾਂਦਾ ਆ ਤੇ ਪਰ ਉਹ ਪਾਣੀ ਜਿਹੜਾ ਆ ਉਸ ਦੇ ਖੰਭਾਂ ਨੂੰ ਪਾਉਂਦਾ ਨਹੀਂ, ਉਹ ਨਿਰਾਲਮ ਰਹਿੰਦਾ। ਇਸੇ ਤਰ੍ਹਾਂ ਹੀ ਸਾਨੂੰ ਪਦਾਰਥੀ ਯੁੱਗ ਦੇ ਵਿੱਚੋਂ ਵੱਖਰੇ ਰਹਿ ਕੇ, ਉਹਨਾਂ ਤੋਂ ਦੂਰ ਰਹਿ ਕੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜੋੜਾਂਗੇ, ਸ਼ਬਦ ਤੇ ਸੁਰਤ ਦਾ ਮੇਲ ਹੋਊਗਾ, ਤਦ ਹੀ ਇਹ ਜਿਹੜਾ ਸਾਗਰ ਆ ਤਰਿਆ ਜਾਣਾ। ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣਾ। ਜਿਹੜਾ ਨਾਮ ਆ, ਇਹ ਜਿਹੜਾ ਸਾਡਾ ਬ੍ਰਹਮੰਡੀ ਵਰਤਾਰਾ ਵਰਤ ਰਿਹਾ, ਇਹੀ ਕੁਦਰਤ ਦਾ ਆਕਾਰ ਜਿਹੜਾ, ਇਹੀ ਸਾਰਾ ਕੁਝ ਨਾਮ ਵਿਚਰ ਰਿਹਾ। ਇਹਦੇ ਵਿੱਚ ਹੀ ਸਾਨੂੰ ਜਿਹੜੀ ਆਪਣੀ ਸ਼ਬਦ ਦੇ ਨਾਲ ਸੁਰਤ ਜੋੜਨ ਦੀ ਲੋੜ ਆ। ਰਹੇ ਇਕਾਂਤ ਵੱਖਰਾ ਰਹਿਣ ਦੀ, ਉਹਦੇ ਤੋਂ ਵੱਖਰਾ ਸੋਚ ਬਣਾਉਣ ਦੀ ਲੋੜ ਆ ਕਿ ਅਸੀਂ ਉਹਦੇ ਵਿੱਚ ਖਚਿਤ ਨਾ ਹੋਈਏ। ਸਾਡੀ ਸੁਰਤ ਦੇ ਵਿੱਚ ਹਮੇਸ਼ਾ ਚੱਲਦਾ ਰਹੇ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਮੇਰੀ ਸੁਰਤ ਜਿਹੜੀ ਆ ਉਹ ਕਦੀ ਮੈਂ ਤੋੜਾਂ ਵੀ ਤੇ ਟੁੱਟਦੀ ਨਹੀਂ, ਉਹਦੇ ਨਾਲ ਜੁੜੀ ਰਹਿੰਦੀ ਹੈ। ਤੇ ਅਸੀਂ ਕਹਿੰਦੇ ਵੀ ਸਾਡੀ ਕਦੀ ਜੁੜਦੀ ਨਹੀਂ। ਇਹ ਫਰਕ ਸੰਸਾਰੀਆਂ ਤੇ ਰੂਹਾਨੀਅਤ ਮਹਾਂਪੁਰਖਾਂ ਦਾ ਹੈਗਾ ਕਿ ਉਹਨਾਂ ਦੀ ਸੁਰਤ ਜਿਹੜੀ ਹੈ ਉਸ ਸ਼ਬਦ ਦੇ ਨਾਲ ਇੱਕਮਿਕ ਹੋਈ ਹੈ ਤੇ ਅਸੀਂ ਇਹ ਗੁਣਾਂ ਨੂੰ ਗ੍ਰਹਿਣ ਕਰਕੇ ਕਾਦਰ ਦੀ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਸ਼ਬਦ ਦੇ ਨਾਲ ਜੁੜਨਾ ਹੈਗਾ। ਇੱਕੋ ਮਨ ਵਸਿਆ, ਇੱਕੋ ਹੀ, ਜਿਹੜਾ ਆਪਾਂ ਜਪਜੀ ਸਾਹਿਬ ਦੇ ਵਿੱਚ ਸ਼ੁਰੂ ਵਿੱਚ ਪੜ੍ਹਦੇ ਹਾਂ ਕਿ ਇੱਕ ਓਂਕਾਰ ਦੇ ਵਿੱਚ ਜਿਹੜਾ ਇੱਕ ਆਉਂਦਾ, ਜਿਹਦੇ ਨਾ ਕੋਈ ਅੱਗੇ ਆ, ਜਿਹਦੇ ਨਾ ਕੋਈ ਪਿੱਛੇ ਆ, ਸਿਰਫ ਇੱਕ, ਉਹਨੂੰ ਮਹਿਸੂਸ ਕਰੀ ਕਿ ਬ੍ਰਹਿਮੰਡ ਦੇ ਵਿੱਚ ਸਾਰੇ ਦੇ ਵਿੱਚ ਉਹੀ ਵਿਚਰ ਰਿਹਾ। ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ, ਨਾ ਕਿ ਕਿਸੇ ਹੋਰ ਚੀਜ਼ ਨੂੰ। ਮਨ ਵਸਿਆ ਆਸਾ ਮਾਹੇ ਨਰਾਸੋ ਆਗਮ ਅਗੋਚਰ ਦੇਖ ਦਿਖਾਏ। ਉਹ ਜਿਹੜਾ ਅਕਾਲ ਪੁਰਖ ਆ ਉਹ ਅਗੰਮ ਆ, ਅਗੋਚਰ ਆ। ਗੁਰੂ ਸਾਹਿਬ ਕਹਿੰਦੇ ਨਾਨਕ ਤਾਂ ਕਾ ਦਾਸ। ਜਿਹੜਾ ਨਾਨਕ ਹੈ ਉਹ ਉਸ ਅਕਾਲ ਪੁਰਖ ਦਾ, ਅਗੰਮ ਅਗੋਚਰ ਦਾ ਦਾਸ ਹੈ। ਜੀਵਨ ਦਾ ਸਿਧਾਂਤ ਗੁਰੂ ਸਾਹਿਬ ਇਸ ਬਾਣੀ ਵਿੱਚ ਸਮਝਾਉਂਦੇ ਨੇ ਕਿ ਅਸੀਂ ਉਸ ਅਕਾਲ ਪੁਰਖ ਦੇ ਰਾਹ ਤੇ ਪਦਾਰਥਾਂ ਤੋਂ, ਸੰਸਾਰ ਤੋਂ ਦੂਰੀ ਬਣਾ ਕੇ ਵਿੱਚ ਵਿਚਰਦਿਆਂ ਹੋਇਆਂ ਸੁਰਤ ਦੇ ਤਲ ਤੇ
ਦੂਰੀ ਬਣਾ ਕੇ ਅਸੀਂ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਅਭੇਦ ਹੋ ਸਕਦੇ ਹਾਂ। ਜਿਵੇਂ ਆਪਾਂ ਗੱਲ ਵੀ ਕਰਦੇ ਹਾਂ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਕਿ ਗੁਣਾਂ ਦੇ ਗ੍ਰਹਿਣ ਕਰਨ ਦੇ ਨਾਲ ਹੀ ਅਸੀਂ ਅਕਾਲ ਪੁਰਖ ਦੇ ਨੇੜੇ ਜਾ ਸਕਦੇ ਹਾਂ, ਕਾਦਰ ਦੀ ਕੁਦਰਤ ਦੇ ਨੇੜੇ ਜਾ ਸਕਦੇ ਹਾਂ ਤੇ ਉਸ ਦੇ ਨਾਲ ਇੱਕਮਿਕ ਹੋ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਪਿਛਲੀ ਵਾਰੀ ਦਾ ਸਵਾਲ ਜਿਹੜਾ ਉਹ ਵੀ ਅੱਗੇ ਕੰਟੀਨਿਊ ਹੋ ਰਿਹਾ ਜੀ। ਤੇ ਨਵਾਂ ਸਵਾਲ ਜਿਹੜਾ ਇਸ ਦੇ ਵਿੱਚ, ਦੁਨੀਆ ਸਾਗਰ ਦੇ ਉੱਤਰ ਕਹੀਏ ਕਿਉਂ ਕਰ ਪਾਈ ਹੈ ਪਾਰ। ਇਹ ਮੈਨੂੰ ਲੱਗਦਾ ਬੇਸਿਕ ਸਵਾਲ ਸਾਡੇ ਵੀ ਮਨਾਂ ਦਾ ਸਵਾਲ ਹੈ। ਪਹਿਲੀ ਗੱਲ ਤੇ ਆਪਾਂ ਨੂੰ ਇਹ ਸਾਗਰ ਜਿਹੜਾ ਦੁੱਤਰ ਲੱਗਦਾ ਵੀ ਹੈਗਾ, ਇਹ ਗੱਲ ਆਪਣੇ ਆਪ ਨੂੰ ਪੁੱਛਣ ਦੀ ਲੋੜ ਹੈ ਕਿ ਜਾਂ ਆਪਾਂ ਮਸਤੀ ਹੈਗੇ ਹਾਂ, ਸਾਨੂੰ ਸਾਰਾ ਕੁਝ ਵਧੀਆ ਹੀ ਲੱਗਦਾ। ਕਈ ਵਾਰੀ ਐਵੇਂ ਹੁੰਦਾ ਜਦੋਂ ਆਪਾਂ ਸਮਝਦੇ ਉਸ ਤਲ ਤੇ ਹੋਈਏ ਕਿ ਕੁਛ ਵੀ ਨਾ ਸਾਨੂੰ ਲੱਗੇ, ਨਾ ਚੰਗਾ ਲੱਗੇ ਨਾ ਮਾੜਾ ਲੱਗੇ, ਜਾਂ ਕਹਿ ਲਓ ਵੀ ਸਾਨੂੰ ਸਮਝ ਹੀ ਉਨੀ ਕੁ ਹੈਗੀ। ਇੱਕ ਤਾਂ ਉਹ ਸਟੇਜ ਹੈਗੀ ਹੈ। ਇੱਕ ਹੈਗੀ ਹੈ ਕਿ ਸਾਨੂੰ ਸਾਰਾ ਕੁਝ ਮਿਲਿਆ ਹੋਇਆ ਦੁਨਿਆਵੀ ਰੂਪ ਦੇ ਵਿੱਚ, ਸਾਨੂੰ ਸਾਰਾ ਕੁਝ ਮੌਜਾਂ ਹੀ ਲੱਗਦੀਆਂ ਨੇ। ਤੀਜੀ ਗੱਲ ਜਿਹੜੀ ਹੈਗੀ ਹੈ ਵੀ ਸਾਨੂੰ ਲੱਗਦਾ ਵੀ ਸੰਸਾਰ ਦੇ ਵਿੱਚ ਅਸੀਂ ਔਖੇ ਵੀ ਹੋ ਜਾਂਦੇ ਹਾਂ, ਕਈ ਵਾਰੀ ਸੌਖੇ ਵੀ ਹੋ ਜਾਂਦੇ ਹਾਂ, ਤੇ ਬੜੇ ਸਾਰੀਆਂ ਖਲਜਗਣਾ ਅਸੀਂ ਆਪੇ ਛੇੜੀਆਂ ਹੋਈਆਂ ਹੈਗੀਆਂ। ਇਹਦੇ ਵਿੱਚੋਂ ਪਾਰ ਕਿਵੇਂ ਪਾਉਣਾ ਹੈਗਾ, ਬੇਸਿਕ ਸਵਾਲ ਇਹੀ ਇਹਦੇ ਵਿੱਚ ਬਣਦਾ ਹੈਗਾ ਵੀ ਇਸ ਗੱਲ ਨੂੰ ਸੁੱਧ ਕਰਨ ਵਾਸਤੇ ਸੱਚਾ ਵਿਚਾਰ ਕੀ ਹੈ। ਤੇ ਮੈਂ ਬੇਨਤੀ ਕਰਦਾ ਮਤੇਸ਼ਵਰ ਸਿੰਘ ਜੀ, ਤੁਹਾਨੂੰ ਇਹਦਾ ਕੀ ਜਵਾਬ ਇਹਦੇ ਵਿੱਚ ਸਮਝ ਆਇਆ ਥੋੜੇ ਜਿਹੇ ਸ਼ਬਦਾਂ ਦੇ ਵਿੱਚ? ਹਾਂਜੀ, ਮੈਂ ਇਸ ਦਾ ਜੋ ਪਾਠ ਕਰ ਰਿਹਾ ਸੀ ਨਾਲ, ਤੇ ਇਸ ਦੇ ਦਰਸ਼ਨ ਕਰ ਰਿਹਾ ਸੀ ਨਾਲ। ਦੁਨੀਆ ਸਾਗਰ ਦੇ ਉੱਤਰ ਕਹੀ ਹੈ, ਹਾਂਜੀ, ਕਿਉਂ ਕਰ ਪਾਈ ਹੈ ਪਾਰੋ। ਇੱਕ ਵਾਰੀ ਮੈਂ ਇਸ ਤੋਂ ਪਹਿਲੇ ਨਾਲ ਪਾਠ ਵੀ ਕਰ ਲਵਾਂ, ਇਸ ਤੇ ਦੇਖ ਵੀ ਲਵਾਂ ਇੱਕ ਵਾਰੀ। ਦੁਨੀਆ ਸਾਗਰ ਦੇ ਉੱਤਰ ਕਹੀ ਹੈ ਕਿਉਂ ਕਰ ਪਾਈ ਹੈ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਪਹਿਲੀ ਗੱਲ ਤੇ ਦੁੱਤਰ ਦੁਈ ਭਾਵ ਚ ਜੀਵਨਾ ਜੀ। ਮੈਂ ਅਲੱਗ ਤੇ ਪਰਮਾਤਮਾ ਅਲੱਗ, ਦੁਈ ਭਾਵ ਹੈ ਨਾ ਦੁਨੀਆ ਦਾ ਵਿੱਚ। ਇਹ ਦੁਈ ਬਣਿਆ ਰਹਿੰਦਾ ਹੈਗਾ ਇਹ ਵਾਲਾ। ਦੁੱਤਰ ਕਹੀਏ, ਦੁੱਤਰ ਦੋ ਹਿੱਸੇ ਹੋ ਗਏ। ਦੁਨੀਆ ਸਾਗਰ ਦੇ ਉੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਹੁਣ ਮੈਂ ਪਾਰ ਪਾਣਾ, ਇੱਕ ਜਸਟ ਐਨ ਐਨਾਲੋਜੀ, ਇੱਕ ਐਨਾਲੋਜੀ ਹੈ, ਇੱਕ ਜਾਂ ਕਹਿ ਲਓ ਮੈਟਾਫਰ ਵਰਤਿਆ ਹੈਗਾ ਗੁਰੂ ਸਾਹਿਬ ਨੇ ਕਿ ਚਰਪਟ ਬੋਲਾ ਉਦੋਂ ਨਾਨਕ ਦੇਹੋ ਸੱਚਾ ਵਿਚਾਰੋ ਜੀ। ਦੇਹੋ ਜੀ ਵਿਚਾਰੇ ਦਿੱਤੇ। ਹੁਣ ਰਹੀ ਗੱਲ ਸਿੱਧਾਂ ਦੀ ਤੇ ਗੁਰੂ ਨਾਨਕ ਸਾਹਿਬ ਦੀ। ਗੁਰੂ ਨਾਨਕ ਸਾਹਿਬ ਜਦੋਂ ਇਸ ਸ਼ਬਦ ਦੀ ਜਿਹੜੀ, ਇਸ ਪਦੇ ਦੀ ਜਿਹੜੀ ਅਖੀਰਲੀ ਪੰਕਤੀ ਹੈ, ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀ ਜੈ। ਇੱਕ ਲਫ਼ਜ਼ ਆਇਆ ਇਹਦੇ ਵਿੱਚ ਪਾਰ ਗ੍ਰਾਮੀ। ਇੱਕ ਹੁੰਦਾ ਪਾਰਦਰਸ਼ੀ, ਇੱਕ ਹੁੰਦਾ ਪਾਰਗ੍ਰਾਮੀ। ਤੇ ਬਈ ਪਹਿਲੀ ਗੱਲ ਇਹ ਅੰਦਰ, ਜਿੱਦਾਂ ਹੁਣੇ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਸਾਡੇ ਵਿੱਚ ਇਹ ਸਵਾਲ ਹੈ ਕਿ ਦੁਨੀਆ ਤੋਂ ਉੱਤਰ ਲੱਗਦੀ ਹੈ। ਜੇ ਤੇ ਦੁਨੀਆ ਤੋਂ ਉੱਤਰ ਨਹੀਂ ਲੱਗਦੀ ਹੈਗੀ ਫਿਰ ਤੇ ਨਹੀਂ, ਕਿਉਂਕਿ ਅਸੀਂ ਕਈ ਵਾਰੀ ਗੱਲਾਂ ਵੱਡੀਆਂ ਕਰ ਲੈਂਦੇ। ਮੈਂ ਆਪਣਾ ਲਾ ਕੇ ਚੱਲਾਂ, ਗੱਲਾਂ ਵੱਡੀਆਂ ਕਰਦੇ ਆ ਤੇ ਦੁਨੀਆ ਤੋਂ ਉੱਤਰ ਨਹੀਂ ਲੱਗਦੀ। ਕਿ ਦੁਨੀਆ ਤੇ ਬੜਾ ਸਾਨੂੰ ਭਾਵੇਂ ਲੱਗਦੀ ਵੀ ਹੋਵੇ, ਅਸੀਂ ਖੱਚਰ ਦੀ ਇੰਨੇ ਹੋਏ ਹੁੰਦੇ ਆ ਕਿ ਸਾਨੂੰ ਚੇਤਾ ਹੀ ਨਹੀਂ ਰਹਿੰਦਾ ਕਿ ਦੁਨੀਆ ਤੇ ਸਾਨੂੰ ਇਹ ਦੁੱਤਰ ਲੱਗਦੀ ਹੈਗੀ ਆ। ਪਹਿਲਾ ਸਵਾਲ ਇਹ ਮਨ ਵਿੱਚ ਆਵੇ, ਮਨ ਚ ਆਵੇ ਭਾਈ ਦੁਨੀਆ ਸਾਗਰ ਦੁੱਤਰ ਕਹੀਏ। ਪਹਿਲੇ ਇਹ ਸਵਾਲ ਤੇ ਆਵੇ ਅੰਦਰ, ਇਹ ਸਵਾਲ ਦੇ ਅੰਦਰ ਪੈਦਾ ਹੋਵੇ, ਫਿਰ ਇਹਦੇ ਵਿੱਚ ਹੁਣ ਦੇਖੋ ਜੀ, ਇਹਦਾ ਉੱਤਰ ਵੀ ਗੁਰੂ ਨਾਨਕ ਸਾਹਿਬ ਨੇ ਜਿੱਦਾਂ ਦਿੱਤਾ ਹੈਗਾ ਕਿ ਬਈ ਦੂਏ ਵਿੱਚ ਰਹਿ ਕੇ ਵੀ, ਦੂਏ ਸੰਸਾਰ ਚ ਰਹਿ ਕੇ ਵੀ ਇੱਕ ਨਾਲ ਕਿੱਦਾਂ ਜੁੜਨਾ, ਇੱਕ ਨਾਲ ਕਿੱਦਾਂ ਸੁਮੇਲ ਬਣਿਆ ਰਵੇ। ਕਿ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਜਲ ਦੇ ਵਿੱਚ ਹੈ ਕਮਲ, ਜਲ ਦੇ ਵਿੱਚ ਹੈ ਕਮਲ, ਭਿੱਜੇਗਾ ਨਹੀਂ। ਮੁਰਗਾ ਵੀ ਹੈ ਜਲ ਚ, ਭਿੱਜੇਗੀ ਨਹੀਂ, ਉਹਦੇ ਵਿੱਚ ਰਹਿੰਦੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਬਲੌਸਮ ਕਰਦੀ ਹੈ, ਆਪਣੇ ਆਪ ਨੂੰ ਵਿਗਸਾਉਂਦੀ ਹੈ, ਆਪਣੇ ਆਪ ਨੂੰ ਪ੍ਰਗਟ ਕਰਦੇ ਹੈਗੇ ਆ। ਤੇ ਇਵੇਂ ਹੀ ਇਹ ਦੁੱਤਰ ਸੰਸਾਰ ਵਿੱਚ ਇਹ ਜਿਉਣਾ ਏਦਾਂ ਦਾ ਹੀ ਹੈਗਾ ਵੀ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨਾ ਸਾਣੇ। ਇਵੇਂ ਸੁਰਤ, ਸ਼ਬਦ
ਭਵ ਸਾਗਰ ਤਰੀਐ। ਸੁਰਤ ਤੇ ਸ਼ਬਦ ਦਾ ਮੇਲ ਹੋ ਜਾਵੇ, ਸੁਰਤ ਤੇ ਸ਼ਬਦ ਆਪਸ ਵਿੱਚ ਇੱਕ ਹੋ ਜਾਵੇ ਤੇ ਫਿਰ ਨਾਨਕ ਨਾਮ ਵਖਾਣੇ, ਫਿਰ ਉਹ ਗੁਣਾਤਮਿਕ ਚੇਤਨ ਸੱਤਾ ਨਾਮ ਦਾ ਵਖਿਆਣ ਫੇਰ ਹੀ ਹੋਏਗਾ। ਜਦ ਤੱਕ ਸੁਰਤ ਦੇ ਸ਼ਬਦ ਦਾ ਮੇਲ ਨਹੀਂ ਹੈਗਾ ਤਦ ਤੱਕ ਨਾਮ ਦਾ ਵਖਾਣ ਕਿੱਥੋਂ ਹੋ ਜਾਏਗਾ। ਪਰ ਉਹ ਅੱਛਾ, ਉਹ ਮੇਲ ਹੋਣ ਲਈ ਵੀ ਕੰਡੀਸ਼ਨ ਹੈ ਕਿ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਜਿੱਥੋਂ ਤੱਕ ਇਹ ਮੇਰੀ ਪਕੜ 'ਚ ਆਇਆ ਹੈਗਾ ਕਿ ਜੀ ਇਕਾਂਤ ਇੱਕ ਤੇ ਇੱਕ ਜਨਰਲਾਈਜ਼ਡ ਇੱਕ ਵਰਡ ਹੈਗਾ ਕਿ ਜੀ ਅਸੀਂ ਇੱਕ ਸੋਲੀਟਿਊਡ ਅਸੀਂ ਕਹਿ ਦਿੰਦੇ ਉਹਨੂੰ ਕਿ ਅਸੀਂ ਅਲੱਗ ਰਹਿ ਕੇ ਚੱਲੀਏ। ਨਹੀਂ, ਮੈਂ ਜਿੱਥੋਂ ਤੱਕ ਇਸ ਚੀਜ਼ ਨੂੰ ਸਮਝਦਾ ਹੈਗਾ ਕਿ ਜੀ ਇਕਾਂਤ ਜਿਹੜੀ ਹੈ ਨਾ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਨਾਲ ਜਿਹੜੇ ਸਵਾਲਾਤ ਹੁੰਦੇ ਪਏ, ਸਿੱਧਾਂ ਦੇ ਅਨੁਸਾਰ ਇਕਾਂਤ ਉਹੀ ਸੀ ਜੀ ਬਈ ਦੁਨੀਆ ਨੂੰ ਛੱਡ ਦਈਏ, ਦੁਨੀਆ ਤੋਂ ਅਲੱਗ ਹੋ ਜਾਈਏ, ਅਸੀਂ ਇੱਕ ਸੋਲੀਟਿਊਡ ਰਹੀਏ ਤਾਂ ਕਿ ਸਾਡੀ ਸ਼ਬਦ ਤੇ ਸੁਰਤ ਦਾ ਮੇਲ ਹੋ ਸਕੇ। ਪਰ ਨਹੀਂ, ਗੁਰੂ ਨਾਨਕ ਸਾਹਿਬ ਦਾ ਸੀ ਕਿ ਦੁਨੀਆ ਦੇ ਵਿੱਚ ਰਹਿਣਾ, ਦੁਨੀਆ ਦੇ ਤੁਸੀਂ ਅੰਦਰ ਐਗਜ਼ਿਸਟ ਕਰਨਾ ਹੈਗਾ ਤੇ ਤੁਹਾਡਾ ਇਕਾਂਤ ਵੀ ਹੋਵੇ। ਹੁਣ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਕਾਂਤ ਹੈਗੀ ਹੈ ਨਾ, ਇਹ ਮੈਂ ਸਮਝਦਾ ਕਿ ਸਿੱਧਾਂ ਵਾਲੀ ਇਕਾਂਤ ਤੋਂ ਅਲੱਗ ਹੀ ਗਿਆ। ਇਹ ਹੈ ਕਿ ਦੁੱਤਰ ਦੇ ਵਿੱਚ ਇਕਾਂਤ ਕਿਦਾਂ ਦੇ ਰਹੇ, ਖੰਨੇ ਤੱਕੀ ਵਾਲੋਂ ਨੇ ਕੀ ਮਾਰੇਗਾ ਹੈ ਵਾਲਾ ਗੁਰੂ ਨਾਨਕ ਸਾਹਿਬ ਦਾ। ਤੇ ਇਹ ਇਕਾਂਤ ਦੁਨੀਆ ਦੇ ਵਿੱਚ ਰਹਿੰਦੇ ਹੋਏ, ਚਲਦੇ ਹੋਏ, ਫਿਰਦੇ ਹੋਏ ਹੈ, ਦੁਨੀਆ ਦੇ ਸਾਰੇ ਕਾਰ ਵਿਹਾਰ ਕਰਦੇ ਹੋਏ ਇਹ ਇਕਾਂਤ ਬਣੀ ਰਵੇ, ਇਹ ਇਕਾਂਤ ਬਣੀ ਰਵੇ। ਕਿਵੇਂ? ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੇ ਸਾਣੇ। ਇਹ ਹੈ ਇਕਾਂਤ। ਦੁਨੀਆ ਵਿੱਚ ਮੈਂ ਵਿਚਰ ਰਿਹਾ ਪਰ ਅੰਦਰ ਇੱਕ ਸੁਮੇਲ ਹੋਇਆ। ਉਹ ਕਿੱਦਾਂ ਹੋਇਆ ਜੀ ਕਿ ਸੁਰਤ ਦੇ ਸ਼ਬਦ ਦਾ ਆਪਸ ਇੱਕ ਕਨੈਕਸ਼ਨ ਇੱਕ ਬਣ ਗਿਆ। ਇਹ ਇੱਕ ਇਟਸ ਲਾਈਕ ਅ ਸਾਈਕਲਿਕ ਪ੍ਰੋਸੈਸ ਇੱਕ ਬਣ ਗਿਆ, ਇੱਕ ਸਾਈਕਲਿਕ ਪ੍ਰੋਸੈਸ ਬਣ ਗਿਆ। ਇਕਾਂਤ, ਜੈਸੇ ਜਲ ਮਹਿ ਕਮਲ ਨਿਰਾਲਮ, ਫਿਰ ਸੁਰਤ ਸ਼ਬਦ ਦਾ ਸੁਮੇਲ, ਫਿਰ ਹੈ ਜੀ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਉਹ ਅਗਮ ਅਗੋਚਰ, ਅਗਮ ਤੇ ਜਿਹੜਾ ਕੋਈ ਗਮਤਾ ਨਹੀਂ ਜੀ, ਅਗਮ ਅਗੋਚਰ ਉਹਦੇ ਨਾਲ ਸੰਮਿਲਿਤ ਹੈਗਾ ਹਾਂ, ਪਰ ਮੈਂ ਭੁੱਲਿਆ ਹੋਇਆ। ਉਹ ਸੰਮਿਲਿਤ ਹੋਣ ਦਾ ਅਹਿਸਾਸ, ਉਹ ਚੇਤਾ, ਉਹ ਫੇਰ ਆਂਦਾ ਹੈਗਾ, ਉਹ ਫੇਰ ਆਂਦਾ ਹੈਗਾ। ਪਰ ਉਹਦੇ ਲਈ ਇਹ ਸੁਰਤ ਸ਼ਬਦ ਦਾ ਸੁਮੇਲ, ਫਿਰ ਜੈਸੇ ਜਲ ਮਹਿ ਕਮਲ ਨਿਰਾਲਮ, ਕਿਵੇਂ ਇਹਦੀ ਉਹ ਇਕਾਂਤ ਜਿਹੜੀ ਚਾਹੀਦੀ ਨਾ ਸੁਰਤ ਸ਼ਬਦ ਦੇ ਸੁਮੇਲ ਦੀ, ਉਹ ਜੈਸੇ ਜਲ ਮਹਿ ਕਮਲ ਨਿਰਾਲਮ ਵਰਗੀ ਹੋਏ। ਪਰ ਇਹ ਸਾਰਾ ਕੁਝ ਕਰਨ ਤੋਂ ਪਹਿਲੇ ਵੀ ਤੁਹਾਡਾ ਇਹ ਜਿਹੜਾ ਸਵਾਲ ਹੈਗਾ, ਸਭ ਤੋਂ ਪਹਿਲੇ ਇਹ ਤੇ ਆਵੇ ਅੰਦਰ ਕਿ ਬਈ ਦੁਨੀਆ ਸਾਗਰ ਤੋਂ ਉੱਤਰ ਕਹੀ ਹੈ। ਪਹਿਲੇ ਇਹ ਸਵਾਲ ਆਵੇ, ਪਹਿਲੇ ਜਦ ਤੱਕ ਗੁਰੂ ਨਾਨਕ ਨੂੰ ਅਸੀਂ ਵੈਦ ਵਾਂਗੂ ਵੀ ਕਹਿੰਦੇ ਨਾ ਜੀ, ਗੁਰੂ ਨਾਨਕ ਨੂੰ, ਤੇ ਵੈਦ ਕੋਲ ਤੇ ਡਾਕਟਰ ਕੋਲ ਤੇ ਤਾਈਓ ਫਾਇਦਾ ਹੈਗਾ ਜਾਣਦਾ ਕਿ ਜੇ ਤੁਹਾਨੂੰ ਪਤਾ ਹੋਵੇ ਕਿ ਹਾਂ ਮੈਂ ਜੀ ਬਿਮਾਰ ਹੈਗਾ, ਮੈਂ ਦਵਾਈ ਲੈਣੀ ਆ। ਜੇ ਮੈਂ ਬਿਮਾਰ ਹੈਗਾ ਇਸਦਾ ਹੀ ਨਹੀਂ ਅਹਿਸਾਸ ਹੈਗਾ ਤੇ ਫਿਰ ਦਵਾਈ ਤੇ ਪਈ ਹੋਈ ਹੈ ਪਰ ਉਹ ਅਸਰ ਨਹੀਂ ਕਰੇਗੀ। ਉਹ ਇਹ ਪਹਿਲੇ ਇਹ ਸਵਾਲ ਅੰਦਰ ਆਵੇ, ਦੁਨੀਆ ਸਾਗਰ ਦੁੱਤਰ ਕਹੀ ਹੈ ਜੀ, ਦੁਨੀਆ ਇਹ ਬੜਾ ਦੁੱਤਰ ਸਾਗਰ ਹੈਗਾ, ਬੜਾ ਹੈ ਵਖਰੇਵੇਂ ਵਾਲਾ ਹੈਗਾ, ਬੜਾ ਮੈਨੂੰ ਵਖਰੇਵਾ ਮੈਨੂੰ ਕੱਲਾਪਨ ਪਹਿਲੇ ਫੀਲ ਤੇ ਹੋਵੇ, ਫਿਰ ਮੈਂ ਫਿਰ ਭਰਪੂਰ ਵੀ ਹੋ ਜਾਵਾਂਗਾ। ਤੇ ਇਹ ਸਵਾਲ ਅੰਦਰ ਆਵੇ ਤੇ ਫਿਰ ਇਹ ਗੁਰੂ ਨਾਨਕ ਦੀ ਇਕਾਂਤ ਆਵੇ, ਸਿੱਧਾਂ ਵਾਲੀ ਇਕਾਂਤ ਨਹੀਂ, ਗੁਰੂ ਨਾਨਕ ਵਾਲੀ ਇਕਾਂਤ ਆਵੇ। ਇਹ ਜੋ ਮੇਰੇ ਅੰਦਰ ਥੋੜੀ ਜਿਹੀ ਚੇਤਨਾ ਜਾਗੀ ਹੈ ਜੀ। ਬਹੁਤ ਖੂਬ ਜੀ। ਮੈਨੂੰ ਦੋ ਸ਼ਬਦਾਂ ਦੇ ਉੱਤੇ ਮੇਰਾ ਧਿਆਨ ਜਾ ਰਿਹਾ। ਇੱਕ ਤੇ ਜਾ ਰਿਹਾ ਸੁਰਤ ਸ਼ਬਦ ਭਵ ਸਾਗਰ ਤਰੀਏ, ਦੂਜਾ ਮੇਰਾ ਜਾ ਰਿਹਾ ਅਗਮ ਅਗੋਚਰ ਦੇਖ ਦਿਖਾਏ। ਸੁਰਤ ਤਾਂ ਅਸੀਂ ਸਮਝਦੇ ਹਾਂ ਵੀ ਸਾਡੀ ਜਿਹੜੀ ਆ ਸੋਚਣ ਦੀ ਸ਼ਕਤੀ ਕਹਿ ਲਓ, ਸਾਡੀ ਸੁਰਤ ਜਾਂ ਕਹਿ ਲਓ ਸਾਡਾ ਚਿੰਤਨ ਦਾ ਜਿਹੜਾ ਇੱਕ ਅਹਿਸਾਸ ਹੈਗਾ ਉਹਨੂੰ ਆਪਾਂ ਸੁਰਤ ਕਹਿ ਦਿੰਦੇ। ਸਾਡਾ ਮਨ, ਸਾਡੀ ਆਤਮਾ ਕਹਿ ਲਓ। ਸੁਰਤ ਜਿਹੜੀ ਸਾਡੀ ਹੈ ਉਹ ਕਾਹਦੇ 'ਚ? ਸ਼ਬਦ ਦੇ ਵਿੱਚ। ਹੁਣ ਮੈਨੂੰ ਸ਼ਬਦ ਦਾ ਇੱਥੇ ਥੋੜਾ ਜਿਹਾ ਭਾਵ ਜਿਹੜਾ ਉਹ ਡੂੰਘਾ ਹੋਰ ਜਾਣ ਨੂੰ ਮੇਰਾ ਮਨ ਕਰਦਾ ਪਿਆ ਵੀ ਇੱਕ ਤਾਂ ਸ਼ਬਦ ਅਸੀਂ ਗੁਰਬਾਣੀ ਸ਼ਬਦ ਨੂੰ ਸ਼ਬਦ ਕਹਿੰਦੇ ਆ, ਦੂਜਾ ਮੈਨੂੰ ਲੱਗਦਾ ਹੈ ਸ਼ਬਦ ਕੱਲਾ ਗੁਰਬਾਣੀ ਸ਼ਬਦ ਤੇ ਹੈਗਾ ਹੀ ਹੈ। ਜਪਜੀ ਸਾਹਿਬ ਦੇ ਵਿੱਚ ਆਉਂਦਾ ਨਾ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ। ਮੈਨੂੰ ਇਸ ਸ਼ਬਦ ਦਾ ਮਤਲਬ ਹੁਕਮ ਵੀ ਲੱਗ ਰਿਹਾ ਇਹਦੇ ਵਿੱਚ। ਅਸਲ 'ਚ ਇਹ ਸ਼ਬਦ ਕੀਤਾ ਪਸਾਓ ਏਕੋ ਕਵਾਓ,
ਹੁਣ ਉਹ ਇੱਕੋ ਕਵਾਓ ਆਪਾਂ ਕਹਿੰਦੇ ਆ, ਤੇ ਕਵਾਓ ਦਾ ਮਤਲਬ ਉਹ ਕੋਈ ਸ਼ਬਦ ਵਰਡ ਨਹੀਂ ਹੈਗਾ ਕਿ ਕੋਈ ਇੱਕ ਵਰਡ ਬੋਲਿਆ ਤੇ ਸਾਰਾ ਸੰਸਾਰ ਹੋ ਗਿਆ। ਉਹ ਇੱਕ ਆਰਡਰ ਕਹਿ ਲਓ, ਇੱਕ 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 ਆਰਡੇਨ ਕਹਿ ਲਓ, ਇੱਕ ਐਸੀ ਪ੍ਰੋਸੈਸ ਜਿਹੜੀ ਹੈ, ਜਿਹੜੀ ਚੱਲ ਰਹੀ ਹੈ, ਜਿਹਨੂੰ ਅਸੀਂ ਹੁਕਮ ਕਹਿੰਦੇ ਆ, ਵੀ ਸਾਰਾ ਕੁਝ ਉਸ ਹੁਕਮ ਦੇ ਵਿੱਚ ਹੋ ਰਿਹਾ ਹੈ। ਤੇ ਸ਼ਬਦ ਵੀ ਮੈਨੂੰ ਉਵੇਂ ਹੀ ਲੱਗ ਰਿਹਾ ਵੀ ਸਾਡੀ ਸੁਰਤ ਜਿਹੜੀ ਹੈ ਉਸ ਹੁਕਮ ਦੇ ਵਿੱਚ ਟਿਕੇ। ਇੱਕ ਓੰਕਾਰ ਵਾਲਾ ਹੁਕਮ, ਇੱਕ ਮਿਕਤਾ ਵਾਲਾ ਹੁਕਮ। ਸੁਰਤ ਸ਼ਬਦ, ਜੇ ਸਾਡੀ ਸੁਰਤ ਦੇ ਵਿੱਚ ਸ਼ਬਦ, ਜੇ ਸਾਡੀ ਸੁਰਤ ਦੇ ਵਿੱਚ ਪ੍ਰਭੂ, ਜੇ ਸਾਡੀ ਸੁਰਤ ਦੇ ਵਿੱਚ ਇਹ ਸਾਰਾ ਬ੍ਰਹਿਮੰਡ ਦਾ ਇਕੱਤਵ ਵਾਲਾ ਪਸਾਰਾ ਜਿਹੜਾ ਸਾਡੀ ਸੁਰਤ ਦੇ ਵਿੱਚ ਹੈਗਾ, ਤੇ ਫਿਰ ਤਾਂ ਆਪਾਂ ਤਰ ਹੀ ਲੈਂਦੇ ਹਾਂ। ਫਿਰ ਸਾਨੂੰ ਭਾਵ ਸਾਗਰ ਨਹੀਂ ਲੱਗਦਾ ਸਾਨੂੰ। ਫਿਰ ਇਹ ਸਾਰਾ ਕੁਝ ਨਾਮ ਹੈ। ਜਿਵੇਂ ਡਾਕਟਰ ਸਾਹਿਬ ਅਕਸਰ ਕਹਿੰਦੇ ਹੁੰਦੇ ਆ, ਜੇਤਾ ਕੀਤਾ ਤੇਤਾ ਨਾਉ। ਸਾਡੀ ਸੁਰਤ ਜੇਤਾ ਕੀਤਾ ਤੇਤਾ ਨਾਉ ਦੇ ਵਿੱਚ ਜਦੋਂ ਲੱਗ ਗਈ, ਤੇ ਫਿਰ ਸਾਡੇ ਜਿਹੜੇ ਖੰਭ ਨੇ ਉਹ ਮਾਇਆ ਤੋਂ ਰਹਿਤ ਹੋ ਸਕਦੇ। ਦੂਜੀ ਗੱਲ, ਅਗਮ ਗੋਚਰ ਵੀ ਦੇ ਨਾਲ ਹੀ ਜੁੜ ਰਹੀ ਹੈ। ਇੱਕ ਪਾਸੇ ਅਗਮ ਗੋਚਰ ਕਿਹਾ ਜਾ ਰਿਹਾ ਹੈ, ਇਹਦਾ ਮਤਲਬ ਤਾਂ ਹੁੰਦਾ ਵੀ ਜਿਹੜਾ ਜਿਹਦਾ ਕੋਈ ਅਗਮਤਾ ਹੀ ਨਾ ਪਾਈ ਜਾਵੇ ਤੇ ਉਹਨੂੰ ਦੇਖਣਾ ਹੈ। ਅਗਮ ਅਗੋਚਰ ਦੇਖ ਦਿਖਾਏ, ਮਤਲਬ ਵਿਰੋਧਾਭਾਸ ਵੀ ਗੱਲ ਲੱਗਦੀ, ਪਰ ਨਹੀਂ, ਇਹ ਦੇਖਣਾ ਸਾਡੇ ਇਹਨਾਂ ਅੱਖਾਂ ਨਾਲ ਦੇਖਣਾ ਨਹੀਂ ਸ਼ਾਇਦ ਹੈਗਾ। ਅਸੀਂ ਉਹਦਾ ਅਹਿਸਾਸ ਕਰਨਾ ਹੈ, ਸ਼ਬਦ ਦਾ, ਨਾਮ ਦਾ, ਅਗਮ ਅਗੋਚਰ ਦਾ ਅਹਿਸਾਸ ਕਰਨਾ ਹੈ। ਤੇ ਜਿਨ੍ਹਾਂ ਨੇ ਇਹ ਅਹਿਸਾਸ ਕੀਤਾ ਉਹ ਫਿਰ ਇਸ ਸਾਗਰ ਤੋਂ ਤਰ ਗਏ। ਤੇ ਮੈਂ, ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਉਹਨਾਂ ਦਾ ਦਾਸ। ਮੈਨੂੰ ਇਹ ਦੋ ਸ਼ਬਦਾਂ ਦੇ ਉੱਤੇ ਬਹੁਤ ਧਿਆਨ ਜਿਹੜਾ ਜ਼ਿਆਦਾ ਜਾ ਰਿਹਾ। ਮੈਂ ਹੁਣ ਬੇਨਤੀ ਕਰਦਾ ਡਾਕਟਰ ਚਰਨ ਕਮਲ ਸਿੰਘ ਜੀ ਇਹ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਕਰ। ਵਾਹਿਗੁਰੂ ਜੀ। ਚਰਪਟ ਹੋਰਾਂ ਦਾ ਜੋ ਪ੍ਰਸ਼ਨ ਹੈ, ਉਸਦੇ ਵਿੱਚ ਇੱਕ ਛੁਪੀ ਹੋਈ ਰਮਜ਼ ਵੀ ਹੈ, ਜਿਹੜੀ ਕਿ ਇੱਕ ਸਿੱਧ ਨੂੰ, ਜੋਗੀ ਨੂੰ, ਇੱਕ ਆਪਣੇ ਗਿਆਨ ਦਾ ਜਿਹੜਾ ਉਹ ਅਹੰਕਾਰ ਹੁੰਦਾ ਹੈ, ਉਹ ਵੀ ਗੁਰੂ ਸਾਹਿਬ ਨੇ ਇਹਦੇ 'ਚ ਰਿਕਾਰਡ ਕੀਤਾ ਹੈ। ਉਹ ਇਹ ਹੈ ਕਿ ਜਦੋਂ ਚਰਪਟ ਹੋਰਾਂ ਨੇ ਪ੍ਰਸ਼ਨ ਪੁੱਛਿਆ ਕਿ ਇਸ ਅੰਦਾਜ਼ ਨਾਲ ਪੁੱਛਿਆ, ਕਿਉਂਕਿ ਜਦੋਂ ਨਾ ਸਿੱਧ ਹੁੰਦੀ ਹੈ, ਗੋਸਟ ਹੁੰਦੀ ਹੈ, ਤੇ ਜਦੋਂ ਉਹਦੇ ਵਿੱਚ ਇੱਕ ਬੈਸਣ ਦਾ ਵਰਡ, ਇਹਦੇ ਸ਼ਬਦ ਇੱਕ ਇਸਤੇਮਾਲ ਹੋਇਆ, ਬੈਸਣ। ਬੈਸਣ ਦਾ ਭਾਵ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਗੋਸਟਾਂ ਵਿੱਚ, ਬਈ ਜਿਵੇਂ ਨਾ ਬਿਠਾ ਦੇਣਾ ਕਿਸੇ ਨੂੰ, ਕਿਸੇ ਦੇ ਪ੍ਰਸ਼ਨ ਵਿੱਚੋਂ ਹੀ ਕੋਈ ਇਹੋ ਜਿਹਾ ਐਬ ਲੱਭ ਲੈਣਾ, ਬਈ ਇਹ ਤੇਰਾ ਤੇ ਪ੍ਰਸ਼ਨ ਹੀ ਠੀਕ ਨਹੀਂ ਹੈ। ਇਹਦੀ ਤਕਨੀਕੀ ਗੋਸਟ ਦੀ ਭਾਸ਼ਾ 'ਚ ਕਹਿੰਦੇ ਬੈਸਣ। ਉਹਦਾ ਬੈਸਣ ਕਰਤਾ ਜਾਂ ਬੈਸਣ ਲੱਭ ਲਿਆ। ਤੇ ਜਦੋਂ ਬੰਦਾ ਇਸ ਤਰ੍ਹਾਂ ਪੁੱਛਦਾ ਹੈ ਕਿ ਮੈਨੂੰ ਤਾਂ ਪਤਾ ਹੀ ਹੈ, ਚੱਲ ਤੂੰ ਦੱਸ, ਉਹ ਜਿਹੜਾ ਟੰਗ ਇਨ ਚੀਕ ਕੁਐਸਚਨ ਹੈ ਨਾ, ਗੁਰੂ ਸਾਹਿਬ ਨੇ ਉਹ ਰਮਜ਼ ਵੀ ਇਹਦੇ 'ਚ ਰਿਕਾਰਡ ਕੀਤੀ ਹੈ। ਪ੍ਰਸ਼ਨ ਤਾਂ ਚਰਪਟ ਹੋਰਾਂ ਨੇ ਪੁੱਛਿਆ ਕਿ ਦੁਨੀਆ ਸਾਗਰ ਦੁੱਤਰ ਕਹੀ, ਵੀ ਇਹ ਜੋ ਦੁਨੀਆ ਹੈ, ਬਈ ਤੂੰ ਦੱਸ, ਬਈ ਇਹ ਕਹਿੰਦੇ ਨੇ ਬਈ ਬੜੀ ਮੁਸ਼ਕਲ ਹੈ, ਇਹਦੇ 'ਚੋਂ ਤਰਨਾ ਬੜਾ ਮੁਸ਼ਕਲ ਹੈ, ਬੜਾ ਕੁਛ ਹੈ ਇਹਦੇ 'ਚ, ਜਿਹੜੇ ਮਾਇਆਵੀ ਤਰੰਗਾਂ ਨੇ, ਇਹਦੇ 'ਚੋਂ ਤਰ ਕੇ ਨਿਕਲਣਾ, ਦੂਜੇ ਪਾਸੇ ਜਾਣਾ ਹੈ, ਪਰ ਤੂੰ ਦੱਸ ਤੈਨੂੰ ਕਿਵੇਂ ਲੱਗਦਾ ਕਿਵੇਂ ਪਾਰ ਜਾਇਆ ਜਾਏ। ਪਰ ਉਹ ਜਿਹੜੇ ਉਹਦੇ 'ਚ, ਉਹਦੇ ਅੰਦਾਜ਼ ਵਿੱਚ ਉਹ ਇਹ ਹੈ ਕਿ ਪੁੱਛਣ 'ਚ ਹੀ ਕਿ ਮੈਨੂੰ ਤਾਂ ਭਾਈ ਪਤਾ, ਤੂੰ ਦੱਸ। ਹੁਣ ਚਰਪਟ ਬੋਲ ਰਿਹਾ ਤੇ ਗੁਰੂ ਨਾਨਕ ਪਾਤਸ਼ਾਹ ਦੱਸ ਰਹੇ ਨੇ ਕਿ ਚਰਪਟ ਨੇ ਏਦਾਂ ਕਿਹਾ ਕਿ ਔਦੂ ਮਤਲਬ ਦਾ, ਔਦੂ ਦਾ ਵੀ ਇਹ ਵੀ ਜਿਹੜਾ ਨਵਾਂ ਤੁਰਿਆ ਹੋਏ, ਇਸ ਪਾਸੇ ਨੂੰ ਤੌਰ ਔਦੂ, ਜਾਂ ਯੰਗ ਜੋਗੀ ਕਹਿ ਲਓ, ਜਾਂ ਇਸ ਪਾਸੇ ਨੂੰ ਸਮਝ ਬਣਾ ਰਿਹਾ ਬੰਦਾ, ਤੇ ਨਾਨਕ ਨੂੰ ਔਦੂ ਕਿਹਾ। ਚਰਪਟ ਬੋਲੇ ਔਦੂ ਨਾਨਕ, ਵੀ ਸਹੀ ਗੱਲ ਦੱਸੀ ਮੈਨੂੰ, ਦਿਓ ਸੱਚਾ ਵਿਚਾਰ। ਤੇ ਇਹ ਸਾਰੇ ਚੀਜ਼ ਵਿੱਚ ਹੁਣ ਗੁਰੂ ਸਾਹਿਬ ਪਹਿਲਾ ਕਟਾਖ ਉਹਦੇ ਤੇ ਇਹ ਕਰ ਰਹੇ ਹੈ ਵੀ ਆਪੇ ਅੱਖ ਹੈ, ਆਪੇ ਸਮਝ ਹੈ। ਵੀ ਜਦੋਂ ਤੂੰ ਕਹਿ ਰਿਹਾ ਵੀ ਤੈਨੂੰ ਸਾਰੀ ਗੱਲ ਲੱਗਦਾ ਵੀ ਪਹਿਲੀ ਸਮਝ ਹੈਗੀ ਹੈ, ਪ੍ਰਸ਼ਨ ਪੁੱਛਣ ਵਾਸਤੇ ਪ੍ਰਸ਼ਨ ਤੋਂ ਪੁੱਛ ਰਹੇ ਆ, ਆਪੇ ਅੱਖ ਹੈ, ਆਪੇ ਸਮਝ ਹੈ, ਤਿਸ ਕਿਆ ਉੱਤਰ ਦੀ ਜਾ। ਹੁਣ ਉਹਦਾ ਮੈਂ ਕੀ ਉੱਤਰ, ਤੂੰ ਦੱਸ ਹੀ ਰਿਹਾ ਵੀ ਮੈਨੂੰ ਤਾਂ ਪਹਿਲਾਂ ਹੀ ਪਤਾ ਹੈ, ਤੈਨੂੰ ਹੁਣ ਉੱਤਰ ਮੈਂ ਉਹਦਾ ਕੀ ਦੇਵਾਂ।
ਤੋ ਇਹਦਾ ਗੁਰੂ ਸਾਹਿਬ ਨੇ ਹਰ ਚੀਜ਼ ਜਿਹੜੀ ਉੱਥੇ ਹੋਈ ਹੈ ਉਸਨੂੰ ਕਿਵੇਂ ਇਹਦੇ 'ਚ ਰਿਕਾਰਡ ਕੀਤਾ ਹੈ। ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਉਹ ਸਾਚ ਕਹੋ, ਮੈਂ ਉਸ ਦੀ ਗੱਲ ਕਰਦਾ ਹਾਂ, ਸੱਚੇ ਦੀ। ਹੁਣ ਉਸਨੇ ਤਾਂ ਕਿਹਾ ਸੱਚੀ ਗੱਲ ਦੱਸੀ ਮੈਨੂੰ, ਪਰ ਗੁਰੂ ਸਾਹਿਬ ਦਾ ਸਾਚ ਅਕਾਲ ਪੁਰਖ ਹੈ। ਸਾਚ ਉਸਦੇ ਬਾਰੇ ਮੈਂ ਦੱਸ ਰਿਹਾ ਹਾਂ ਤੇ ਤੈਨੂੰ ਦੱਸ ਰਿਹਾ ਭਾਈ ਤੂੰ ਪਰੇ ਜਾਣ ਵਾਲਾ ਹੈ। ਪਰੇ ਜਾਣ ਵਾਲਾ ਵੀ ਕਟਾਖ ਹੈ, ਕਿਉਂਕਿ ਉਹ ਦੱਸ ਰਿਹਾ ਕਿ ਪਾਰ ਉਹਨੇ ਜਾਣਾ ਹੈ, ਤੇ ਉਹ ਕਹਿੰਦੇ ਤੂੰ ਪਾਰ ਜਾਣ ਵਾਲਾ ਭਾਈ ਚਰਪਟ, ਤੈਨੂੰ ਮੈਂ ਉਹਦੀ ਗੱਲ ਦੱਸਦਾ। ਹੁਣ ਤੇਰੀ ਗੱਲ ਚੋਂ ਹੁਣ ਤੈਨੂੰ ਹੋਰ ਤੁਝ ਕਿਆ ਬੈਸਣ ਦੀਜੈ, ਤੇ ਤੈਨੂੰ ਇਹਦੇ ਚੋਂ ਕੋਈ ਬੈਸਣ ਨਹੀਂ ਮੈਂ ਤੇਰਾ ਕੱਢਦਾ, ਕਿਉਂਕਿ ਇਹ ਉਸ ਵੇਲੇ ਸਥਾਪਿਤ ਗੋਸਟ ਦੀ ਸ਼ਬਦਾਵਲੀ ਹੈ। ਸਾਚ ਕਹੋ, ਮੈਂ ਉਸ ਦੀ ਸੱਚੇ ਦੀ ਗੱਲ ਕਰਦਾ ਹਾਂ। ਹੁਣ ਅਗਲਾ ਜਿਹੜਾ ਹੈ ਉਹ ਬੜੀ ਤੱਤ ਦੀ ਗੱਲ ਹੈ। ਜਿਸ ਤਰ੍ਹਾਂ ਲਖਵਿੰਦਰ ਜੀ ਨੇ ਪਹਿਲੇ ਕਿਹਾ ਵੀ ਇਹ ਪ੍ਰਸ਼ਨ ਚੋਂ ਸਾਡੇ ਵਾਸਤੇ ਪ੍ਰਸ਼ਨ ਹੈ ਵੀ ਅਸੀਂ ਕਿਵੇਂ ਪਾਰ ਹੋਣਾ। ਜੋਗੀਆਂ ਨੇ ਹੋਣਾ ਕਿ ਨਹੀਂ ਹੋਣਾ ਸੀਗਾ ਉਹ ਤਾਂ ਗੁਰੂ ਸਾਹਿਬ ਨੇ ਦੱਸ ਹੀ ਦਿੱਤਾ ਵੀ ਇਹ ਤਾਂ ਪੁੱਛਣ ਵਾਸਤੇ ਪੁੱਛਿਆ ਭਾਈ, ਪਰ ਇਹ ਪ੍ਰਸ਼ਨ ਸਾਡੇ ਵਾਸਤੇ ਖੜਾ ਹੈ ਤੇ ਅਸੀਂ ਕਿਵੇਂ ਪਾਰ ਹੋਣਾ। ਸਾਡੇ ਵਾਸਤੇ ਵੀ ਤਾਂ ਇਹ ਦੁੱਤਰ ਹੈ, ਸਾਡੇ ਵਾਸਤੇ ਤੇ ਇਹੀ ਮਾਰਗ ਹੈ, ਤੇ ਅਸੀਂ ਕਿਵੇਂ ਪਾਰ ਹੋਣਾ ਹੈ। ਤੇ ਗੁਰੂ ਸਾਹਿਬ ਫਿਰ ਉੱਤਰੇ ਦੇ ਰਹੇ ਨੇ, ਜੈਸੇ ਜਲ ਮਹਿ ਕਮਲ ਨਿਰਾਲਮ। ਹੁਣ ਇਹ ਹੈ ਅੰਜਨ ਮਾਹੇ ਨਿਰੰਜਨ ਰਹੀਏ ਦੀ ਦੂਸਰਾ ਸ਼ਬਦਾਵਲੀ ਹੈ। ਜੈਸੇ ਜਲ ਮਹਿ, ਵੀ ਜਲ ਵਿੱਚ ਰਹਿੰਦਿਆਂ ਹੋਇਆ, ਨਿਰਲੇਪ ਉਹਦੇ ਵਿੱਚ ਰਹਿ ਕੇ, ਜਲ ਮਹਿ ਕਮਲ ਨਿਰਾਲਮ, ਉਹਦੇ ਚ ਵੀ ਕਮਲ ਸਾਰੇ ਚਿੱਕੜ ਤੋਂ ਨਿਰਲੇਪ ਹੈ। ਤੇ ਮੁਰਗਾਈ ਦੇ ਖੰਭਾਂ ਤੇ ਜਿਵੇਂ, ਸਾਣੇ ਮਤਲਬ ਜਿਵੇਂ, ਨੈ ਮਤਲਬ ਜਲ, ਮੁਰਗਾਈ ਜਿਵੇਂ ਜਲ ਵਿੱਚ ਉਹਦੇ ਖੰਭਾਂ ਤੇ ਪਾਣੀ ਨਹੀਂ ਆਉਂਦਾ, ਉਹ ਸੁੱਕੇ ਰਹਿੰਦੇ ਪਏ। ਇਹਦਾ ਮਤਲਬ ਉਸ ਸਾਰੇ ਅੰਜਨ ਵਿੱਚ ਰਹਿੰਦਿਆਂ ਹੋਇਆਂ ਇਹ ਕਿਵੇਂ ਕਿ ਮੇਰੇ ਆਸ-ਪਾਸ ਕਾਮ ਵੀ ਹੈ, ਮੇਰੇ ਆਸ-ਪਾਸ ਕ੍ਰੋਧ ਵੀ ਹੈ, ਲੋਭ ਵੀ ਹੈ, ਮੋਹ ਵੀ ਹੈ, ਹੰਕਾਰ ਵੀ ਹੈ, ਮੈਂ ਕਿਵੇਂ ਇਹਦੇ ਵਿੱਚੋਂ ਤਰ ਜਾ। ਉਹ ਜਿਹੜਾ ਮੀਟਰ ਹੈ, ਉਹ ਜਿਹੜਾ ਸਿਸਟਮ ਹੈ, ਉਹ ਜਿਹੜਾ ਇੱਕ ਜਿਹੜੀ ਉਹ ਜਿਹਦੇ ਉੱਪਰ ਚੜਨਾ ਹੈ, ਜਿਹੜਾ ਜਹਾਜ਼ ਹੈ, ਨਾਮ ਜਹਾਜ਼ ਹੈ, ਉਹ ਜਿਹੜਾ ਨਾਮ ਹੈ ਉਹ ਕੀ ਹੈ। ਹੁਣ ਉਹਦਾ ਅਗਲਾ ਹੁਣ ਤੰਦ ਗੁਰੂ ਸਾਹਿਬ ਫੜਾ ਰਹੇ ਹੈ ਵੀ ਸੁਰਤ ਸ਼ਬਦ। ਇੱਕ ਮੇਰੇ ਬਾਰ-ਬਾਰ ਇਸ ਗੱਲ ਨੂੰ ਆਉਂਦਾ ਹੈ ਕਿ ਜਿਹੜੇ ਇਸਤਰੀ ਲਿੰਗ ਸ਼ਬਦ ਨੇ ਸਾਨੂੰ ਉਸਦੀ ਸਿਹਾਰੀ ਨੂੰ ਬੋਲਣਾ ਚਾਹੀਦਾ। ਜਿਵੇਂ ਸੁਰਤੀ, ਉਸਤਤੀ, ਉਹ ਇਸਤਰੀ ਲਿੰਗ ਦਰਸਾਉਣ ਵਾਸਤੇ ਨਾਮ ਨੇ ਸੁਰਤੀ, ਪਰ ਸ਼ਬਦ ਇਹ ਅਧਿਕਰਨ ਕਾਰਕ ਦਿਖਾ ਰਿਹਾ। ਸ਼ਬਦ ਵਿੱਚ, ਸੁਰਤੀ ਸ਼ਬਦ ਵਿੱਚ, ਸੁਰਤੀ ਸ਼ਬਦ ਭਵਸਾਗਰ ਤਰੀਏ। ਹੁਣ ਭਵਸਾਗਰ ਤਰਨ ਲਈ ਆ ਸ਼ੁਰੂਆਤ ਹੈ ਕਿ ਇਧਰੋਂ ਚੱਲੂਗਾ, ਜਿਵੇਂ ਸੁਣਿਆ ਤੇ ਫਿਰ ਮੰਨਿਆ। ਸੁਣਿਆ ਦਾ ਭਾਵ ਹੋਇਆ ਕਿ ਅਸੀਂ ਸੁਰਤੀ ਉਹਦੇ ਚ ਜੋੜ ਰਹੇ ਹਾਂ। ਸੁਣਿਆ ਦੀਆਂ ਸਾਰੀਆਂ ਬਾਤਾਂ ਸੁਰਤੀ ਸ਼ਬਦ ਹੈ। ਸੁਣਿਆ ਦੀ ਸਾਰੀਆਂ ਪੌੜੀਆਂ ਜਿਹੜੀਆਂ ਜਪਜੀ ਸਾਹਿਬ ਦੀ, ਸੁਰਤੀ ਸ਼ਬਦ ਭਵਸਾਗਰ ਤਰੀਏ। ਇਹ ਹੈ ਤਰੀਕਾ ਭਵਸਾਗਰ ਤਰਨ ਦਾ। ਜਦੋਂ ਸੁਰਤੀ ਸਾਡੀ ਸ਼ਬਦ ਵਿੱਚ ਜੁੜਦੀ ਹੈ ਤਾਂ ਸਾਨੂੰ ਸ਼ਬਦ ਵਿੱਚੋਂ ਨਾਮ ਦਾ ਅਹਿਸਾਸ, ਉਸਨੂੰ ਜਾਪ ਕੇ, ਉਸਨੂੰ ਜਾਣ ਕੇ, ਨਾਮ ਦੀ ਮੌਜੂਦਗੀ, ਨਾਮ ਦਾ ਅਹਿਸਾਸ ਆਪਣੇ ਅੰਦਰ ਲੈ ਕੇ ਕਿਵੇਂ ਹੋਊਗਾ, ਜਦੋਂ ਸੁਰਤੀ ਸਾਡੀ ਉਹਦੇ ਚ ਜਾਏਗੀ। ਸੁਰਤੀ ਸ਼ਬਦ ਵਿੱਚ, ਸੁਰਤੀ ਸ਼ਬਦ ਭਵਸਾਗਰ ਤਰੀਏ, ਪਰ ਨਾਲ ਹੀ ਜੁੜਿਆ ਹੋਇਆ ਨਾਨਕ ਇਹ ਮੇਰੇ ਮਨ ਨਾਮ ਵਖਾਣਾ। ਨਾਮ ਵਖਾਣੇ, ਨਾਮ ਨੂੰ ਜਾਣ ਕੇ, ਜਦੋਂ ਨਾਮ ਦਾ ਕੁੰਡਾ ਹੈ ਤਾਂ ਫਿਰ ਸਾਡਾ ਮਨ ਬਚਕਰਮ ਬਿਹੇਵ ਕਰਦਾ ਹੈ। ਜਦੋਂ ਬਿਹੇਵ ਕਰਦਾ ਤੇ ਫਿਰ ਸਾਡੇ ਤੇ ਕਿਸ ਗੱਲ ਦਾ ਅਸਰ ਹੈ। ਫਿਰ ਕੱਲਿਆਂ ਰਹਿ ਕੇ ਵੀ ਬੰਦਾ ਆਪਣਾ ਬਿਹੇਵ ਕਰਨਾ, ਉਸਨੇ ਸੋਚਣ ਲੱਗਿਆ, ਬੋਲਣ ਲੱਗਿਆ, ਕਰਨ ਲੱਗਿਆ, ਜੋ ਤਿੰਨੇ ਪੜਾਅ ਦੇ ਬਿਹੇਵ ਕਰਨ ਲੱਗੇ ਤੇ ਆਪੇ ਫਿਰ ਉਹ ਮੁਰਗਾਈ ਵਾਂਗੂ ਹੋ ਗਿਆ, ਆਪੇ ਕਮਲ ਵਾਂਗੂ ਹੋ ਗਿਆ, ਕਿਉਂਕਿ ਉਹਦੇ ਵਿੱਚ ਹੈ, ਪਰ ਉਹਦੇ ਤੇ ਉਸਨੂੰ ਅਹਿਸਾਸ ਹੈ ਕੁੰਡੇ ਦਾ। ਉਸ ਕੁੰਡੇ ਦਾ ਅਹਿਸਾਸ ਉਹ ਹੈ ਨਾਮ ਵਖਾ। ਉਹ ਰਹੇ ਇਕਾਂਤ ਹੈ, ਉਹਦੇ ਤੇ ਤਿੱਥੇ ਹੋਰ ਨਾ ਕੋਈ ਹੋਰ। ਉਹ ਇਕਾਂਤ ਹੈ, ਤਿੱਥੇ ਹੋਰ ਨਾ ਕੋਈ ਹੋਰ। ਕਿਉਂਕਿ ਕਿੱਥੇ ਹੋਰ ਨਾ ਹੋਰ, ਜਿੱਥੇ ਜਦੋਂ ਬਾਣੀ ਜ਼ੋਰ ਬਣ ਜਾਂਦੀ, ਜਦੋਂ ਉਹਦਾ ਵੀ ਮੈਂ ਇਹ ਆਪਣੀ ਕਰ ਲਿਆ,
ਧਰਮ ਕੰਡ ਕਰ ਲਿਆ, ਹੁਣ ਮੇਰਾ ਜ਼ੋਰ ਆ ਗਿਆ। ਹੁਣ ਜ਼ੋਰ ਦੀ ਮੈਂ ਗੱਲ ਕਰਦਾ ਕਿ ਮੈਂ ਲੜ ਸਕਦਾ। ਲੜਨਾ ਕਿਹਦੇ ਨਾਲ ਹੈ? ਇਹਨਾਂ ਮਾਇਆਵੀ ਹਮਲਿਆਂ ਦੇ ਨਾਲ। ਪਰ ਉੱਥੇ ਫਿਰ ਕੋਈ ਵੀ ਮਾਇਆਵੀ ਹਮਲਾ ਦਾ ਜ਼ੋਰ ਚੱਲਦਾ ਨਹੀਂ ਹੈ, ਉੱਥੇ ਹੋਰ ਨਾ ਕੋਈ। ਹੁਣ ਉਹ ਜਿੱਥੇ ਕੋਈ ਹੋਰ ਨਹੀਂ ਚੱਲਦਾ, ਉੱਥੇ ਫਿਰ ਉਹ ਇਕਾਂਤ ਉਸਦੀ ਭਰਪੂਰਤਾ ਦਾ। ਅਮਿਤੇਸ਼ਵਰ ਜੀ ਨੇ ਬੜੀ ਵਧੀਆ ਗੱਲ ਕਹੀ ਵੀ ਪਹਿਲੇ ਇਕਾਂਤ ਹੋਏਗਾ, ਫਿਰ ਉਸ ਇਕਾਂਤ ਵਿੱਚੋਂ ਭਰਪੂਰ ਹੋਏਗਾ। ਉਸ ਭਰਪੂਰ ਜਿਹੜਾ ਹੈ ਉਹ, ਕਿਉਂਕਿ ਨੱਕੋ ਨੱਕ ਹੈ, ਉਹ ਤਾਂ ਹਰ ਵੇਲੇ ਉਹਦੇ ਅੰਦਰ ਤਾਂ ਨਾਮ ਦਾ ਵਸ ਹੈ। ਨਾਮ ਦਾ ਵਸ ਮਤਲਬ ਉਹ ਅਹਿਸਾਸ ਮੁੱਕਦਾ ਹੀ ਨਹੀਂ ਵੀ ਹੈ ਤੂੰ ਹੈ ਮੇਰੇ ਪਿਆਰੇ। ਇਹ ਅਹਿਸਾਸ ਜਦੋਂ ਬੰਦਾ, ਮਤਲਬ ਉਹ ਤਾਂ ਆਨੰਦਿਤ ਹੋਇਆ ਬੈਠਾ ਹੈ, ਉਹਨੂੰ ਕਿਹੜਾ ਕਾਮ ਤੇ ਕਿਹੜਾ ਲੋਭ ਤੇ ਕਿਹੜਾ ਹੰਕਾਰ ਤੇ ਕਿਹੜੀ, ਉਹਦੇ ਚ ਕੋਈ ਮਾਇਆ ਨਹੀਂ। ਉਹ ਹੈ ਮੁਰਗਾਈ ਨੈਸਾਣ, ਉਹ ਹੈ ਕਮਲ ਨਿਰਾਲਮ। ਤੋ ਸੁਰਤੀ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ ਵਖਾਣੈ ਹੈ। ਇਹ ਹੈ ਕੁੰਡੀ। ਤਾਂ ਹੀ ਬਾਣੀ ਸਾਰੀ ਨਾਮ ਨਾਮ ਨਾਮ। ਨਾਮ ਦਾ ਪ੍ਰਗਾਸ਼ ਜਿੱਥੇ ਹੈ, ਉੱਥੇ ਕਿਸੇ ਮਾਇਆਵੀ ਤੀਰ ਦਾ, ਮਾਇਆਵੀ ਹਮਲੇ ਦਾ ਅਸਰ ਨਹੀਂ ਹੈ। ਉਹ ਰਹੇ ਇਕਾਂਤ, ਏਕੋ ਮਨ ਵਸਿਆ। ਆਸਾ ਮਾਹੇ ਨਿਰਾਸੋ, ਉਸਨੂੰ ਤਾਂ ਸਾਰੀਆਂ ਚੀਜ਼ਾਂ ਵਿੱਚੋਂ ਹੀ ਨਿਰਾਸ਼ ਹੈ। ਅੱਖੀ ਵੇਖਣਾ ਰਜੀਆ ਬਹੁ ਰੰਗ ਤਮਾਸ਼ੇ ਨੇ ਬੋਟਲ ਨੇ ਵਾਲੇ, ਹੁਣ ਉਹਦੀ ਦੇਖਦੀਆਂ ਹੀ ਨਹੀਂ ਵੀ ਇਸ ਪਾਸੇ ਪੈਣਾ ਹੀ ਨਹੀਂ, ਤੇ ਉਹ ਸਾਰੇ ਰੱਜ ਹੋ ਗਏ ਨੇ। ਹੁਣ ਉਹ ਅਗਮ ਅਗੋਚਰ, ਹੁਣ ਉਹ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਜਿਸ ਅਗਮ ਜਿੱਥੇ ਤੱਕ ਪਹੁੰਚ ਨਹੀਂ ਜਾ ਸਕਦਾ, ਅਗੋਚਰ ਜਿਹਦੇ ਜੋ ਸਾਡੇ ਸਾਰੀਆਂ ਇੰਦਰੀਆਂ ਤੋਂ ਪਰੇ ਦਾ, ਸਾਡੇ ਜੋ ਵੀ ਅਸੀਂ ਸੁਣਦੇ ਵੇਖਦੇ ਬੋਲਦੇ ਸੁਣਦੇ ਮਹਿਸੂਸ ਕਰਦੇ ਹਾਂ, ਇਹਨਾਂ ਸਾਰਿਆਂ ਤੋਂ ਅੱਗੇ ਹੈ, ਇਹਨਾਂ ਤੋਂ ਪਰੇ ਹੈ। ਇਸ ਨੂੰ ਮਹਿਸੂਸ ਕਰਕੇ ਇਸ ਨੂੰ ਮਹਿਸੂਸ ਕਰਵਾ ਦੇ। ਅਗਮ ਅਗੋਚਰ ਦੇਖ ਦਿਖਾਏ, ਨਾਨਕ ਤਾਕਾ ਦਾਸ। ਹੁਣ ਕੱਕੇ ਨੂੰ ਔਂਕੜ ਨਾਨਕ ਪਾਤਸ਼ਾਹ ਬਾਰੇ, ਨਾਨਕ ਤਾਕਾ ਦਾਸ। ਤੋ ਇਹ ਮੈਂ ਤਾਂ ਉਸ ਦਾ ਦਾਸ ਵਰਗਾ, ਮੈਂ ਤਾਂ ਉਸ ਦਾ ਦਾਸ ਬਣਦਾ। ਉਹ ਅਸਲ ਚ ਉਹਦੇ ਕੋਲ ਹੈ ਉਹ ਗਿਆਨ। ਇਹ ਉਹ ਤੱਤ ਗੁਰੂ ਸਾਹਿਬ ਨੇ ਜਿਹੜਾ ਕਿਵੇਂ ਪਾਰੋ ਹੋਣਾ ਹੈ, ਨਾਮ ਵਖਾਣਾ। ਤੋ ਨਾਮ ਦਾ ਤੱਤ ਹੈ, ਪਰ ਨਾਮ ਦੀ ਸੋਝੀ ਕਿਵੇਂ ਹੋਣੀ ਹੈ? ਸੁਰਤੀ ਸ਼ਬਦ। ਇੱਕ ਲਖਵਿੰਦਰ ਜੀ ਨੇ ਗੱਲ ਕੀਤੀ ਹੈ ਕਿ ਹੁਕਮ ਤੇ ਸ਼ਬਦ ਦਾ ਆਪਸ ਵਿੱਚ ਕੁਝ ਲੱਗ ਰਿਹਾ ਹੈ। ਹੁਕਮ ਮੇਰੀ ਜਾਚੇ ਇਸ ਤਰ੍ਹਾਂ ਹੈ ਕਿ ਜਿਹੜਾ ਵਿਧਾਨ ਚੱਲ ਰਿਹਾ ਉਹ ਤੌਲ ਧਰਮ, ਉਹ ਧਰਮ ਹੈ, ਧਰਮ ਹੁਕਮ ਹੈ, ਹੁਕਮ ਤੇ ਧਰਮ। ਪਰ ਉਸ ਹੁਕਮ ਦੀ ਸੋਝੀ ਕਿਸੇ ਗਿਆਨ ਦੇ ਰਾਹੀਂ ਹੋਣੀ ਹੈ, ਉਹ ਗਿਆਨ ਸ਼ਬਦ। ਤੋ ਇਸ ਤਰ੍ਹਾਂ ਉਹ ਹੁਕਮ ਤੇ ਸ਼ਬਦ ਆਪਸ ਵਿੱਚ ਰਿਲੇਟਡ ਨੇ, ਪਰ ਥੋੜਾ ਜਿਹਾ ਉਹਦੇ ਚ ਬਰੀਕ ਜਿਹਾ ਫਰਕ ਹੈ। ਤੋ ਇਹ ਬੜੀ ਗੁਰੂ ਸਾਹਿਬ ਨੇ ਬਹੁਤ ਇਹ ਜਿਹੜਾ ਸਾਡੇ ਵਾਸਤੇ, ਇਹ ਲਿਖਦੇ ਨੇ ਬੜੀ ਗੱਲ ਵਧੀਆ ਕਹੀ ਵੀ ਜਿਹੜੀ ਇਹ ਸ਼ਬਦ ਇਹ ਉੱਤਰ ਸਾਡੇ ਵਾਸਤੇ ਨੇ। ਇਹ ਪੁੱਛ ਹੋ ਰਿਹਾ ਤੇ ਅਸੀਂ ਸਮਝ ਲਈ, ਆਪਸੀ ਉੱਤਰ ਸੰਭਾਲ ਲਈਏ। ਤੇ ਉੱਤਰ ਬੜਾ ਹੀ ਪਿਆਰਾ ਕਿ ਸੁਰਤੀ ਸ਼ਬਦ ਭਵਸਾਗਰ ਤਰੀਐ, ਨਾਨਕ ਨਾਮ। ਤੋ ਇਹ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੋਹਣਾ ਜੀ। ਪ੍ਰੋਫੈਸਰ ਸਤਿੰਦਰ ਸਿੰਘ ਜੀ, ਦੋ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਸੋਹਣੀ ਵਿਚਾਰ ਹੋਈ ਹੈ ਜੀ। ਵੀਰ ਅਮਿਤੇਸ਼ਵਰ ਨੇ ਬੜਾ ਵਧੀਆ ਕਿਹਾ ਜੀ, ਗੁਰਲਾਲ ਜੀ ਹਰਾਂ ਨੇ ਬੜਾ ਸੋਹਣਾ ਦੱਸਿਆ। ਤੇ ਮੈਨੂੰ ਲੱਗਦਾ ਕਿ ਹੁਣ ਇਹਦੇ ਚ ਕੁਝ ਬਹੁਤਾ ਰਹਿ ਨਹੀਂ ਗਿਆ। ਬਸ ਇੰਨੀ ਹੀ ਵਿਚਾਰ ਦੱਸਾਂਗਾ ਕਿ ਵੀ ਜਿਹੜਾ ਪ੍ਰਸ਼ਨ ਚਰਪਟ ਨੇ ਪੁੱਛਿਆ, ਉਹ ਪੁੱਛਿਆ ਬੜੇ ਢੰਗ ਦੇ ਨਾਲ ਉਹਨੇ, ਤੇ ਕਿਸੇ ਨੂੰ ਗੁਰੂ ਸਾਹਿਬ ਨੂੰ ਬੈਠਣ ਦੇ ਲਈ ਕਹਿ ਦਈਏ ਕਿ ਵੀ ਹਾਂ ਪ੍ਰਸ਼ਨ ਅਸੀਂ ਟੌਂਟ ਨਾਲ ਵੀ ਪੁੱਛਦੇ ਹਾਂ, ਉਹ ਟੌਂਟ ਦੀ ਫਾਰਮ ਦੇ ਵਿੱਚ ਪ੍ਰਸ਼ਨ ਆਇਆ ਤੇ ਗੁਰੂ ਸਾਹਿਬ ਨੇ ਉਹ ਟੌਂਟ ਨੂੰ ਬੜਾ ਵਧੀਆ ਟੈਕਲ ਕੀਤਾ ਤੇ ਕਿਹਾ ਕਿ ਤੂੰ ਆਪੇ ਹੀ ਜਾਣਦਾ ਹੈ, ਆਪੇ ਹੀ ਸਾਰਾ ਕੁਝ ਹੈ, ਤੇ ਫਿਰ ਤੋਂ ਕੀ ਉੱਤਰ ਭਾਲਦਾ ਹੁਣ ਭਾਈ। ਸਾਚ ਕਹੂੰ ਤੂੰ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ, ਵੀ ਤੂੰ ਤੇ ਪਾਰ ਲੰਘਣ ਪਹੁੰਚਣ ਵਾਲਾ ਬੰਦਾ, ਜਿਵੇਂ ਕਹਿੰਦਾ ਤੂੰ ਤਾਂ ਬਹੁਤ ਵੱਡਾ ਯਾਰ, ਤੈਨੂੰ ਕੀ ਮੈਂ ਜਵਾਬ ਦੇ ਸਕਦਾ। ਗੁਰੂ ਸਾਹਿਬ ਨੇ ਉਹ ਬੜੀ ਵਧੀਆ ਆਪਣੀ ਸ਼ਬਦਾਵਲੀ ਵਰਤ ਕੇ ਤੇ ਉਹਨੂੰ ਉੱਤਰ ਦਿੱਤਾ, ਉੱਤਰ ਵੀ ਦਿੱਤਾ। ਅਗਲੇ ਪਦੇ ਵਿੱਚ ਉਹਨਾਂ ਨੇ ਉੱਤਰ ਵੀ ਦਿੱਤਾ ਉਹਨੂੰ, ਕਿ ਵੀ ਬੜਾ ਵਧੀਆ ਉੱਤਰ ਦਿੱਤਾ ਜਦੋਂ ਉਹਨੂੰ ਕਹਿੰਦੇ ਨੇ ਕਿ ਵੀ ਹਾਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਵੀ ਜਿਵੇਂ ਪਾਣੀ ਦੇ ਵਿੱਚ ਕਮਲ ਨਿਰਾਲਮ ਹੈ ਤੇ ਮੁਰਗਾਈ ਨੂੰ ਦੇ ਉੱਪਰ ਵੀ ਰਹਿੰਦੀ ਪਾਣੀ ਦੇ, ਪਰ ਉੱਪਰ ਪਾਣੀ ਨਹੀਂ ਲੱਗ ਰਿਹਾ। ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਬਖਾਣਾ। ਵੀ ਸੁਰਤ ਤੇ ਸ਼ਬਦ, ਇਹਨਾਂ ਚੀਜ਼ਾਂ ਦੋਨਾਂ ਦੇ ਨਾਲ ਹੀ ਮੈਂ ਭਵ ਸਾਗਰ ਜਿਹਨੂੰ ਅਸੀਂ ਉੱਤਰ ਕਹਿ ਕੇ ਆ ਰਹੇ ਹਾਂ, ਉਹਦੇ ਨਾਲ ਹੀ ਤਰਿਆ ਜਾਣਾ, ਵੀ ਇਸ ਤੋਂ ਬਿਨਾਂ ਨਹੀਂ। ਤੇ ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ।
ਆਪਣੇ ਮਨ ਨੂੰ ਸ਼ਾਂਤ ਚਿੱਤ ਹੋ ਕੇ, ਮੈਨੂੰ ਜੋ ਇਸ ਪੰਕਤੀ ਤੋਂ ਲੱਗਦਾ ਕਿ ਸ਼ਾਂਤ ਚਿੱਤ ਹੋ ਕੇ ਆਪਣੇ ਮਨ ਵਿੱਚ ਵਸਾਓ, ਫਿਰ ਅਸੀਂ ਇਸ ਭਵ ਸਾਗਰ ਨੂੰ ਜਿਹੜਾ ਵਾ ਉਹ ਪਾਰ ਕਰ ਸਕਦੇ ਹਾਂ। ਅਗਮ ਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ, ਨਹੀਂ ਉਹ ਇਹ ਦਿਖਾ ਵੀ ਉਹੀ ਸਕਦਾ ਹੈ। ਅਗਮ ਗੋਚਰ, ਉਹਨਾਂ ਨੇ ਸੱਚੇ ਦੀ ਬਾਣੀ ਦੇ ਬਾਰੇ ਵੀ, ਸੱਚੇ ਦੇ ਬਾਰੇ ਵੀ ਦੱਸਿਆ, ਅਗਮ ਗੋਚਰ ਹੈ ਉਹ, ਤੇ ਦੇਖ ਦਿਖਾਏ ਨਾਨਕ ਤਾਕਾ ਦੱਸੋ, ਮੈਂ ਉਹਦਾ ਹੀ ਦਾਸ ਹਾਂ ਜਿਹੜਾ ਕਿ ਅਗਮ ਗੋਚਰ ਹੈ। ਔਰ ਮੈਂ ਉਸ ਜਿਹੜਾ ਉਹਨੇ ਸੱਚ ਦਿਖਾਤਾ, ਜਿਹਨੂੰ ਉੱਪਰ ਜਦੋਂ ਗੱਲ ਕਰ ਰਿਹਾ ਕਿ ਸੱਚ ਕਹੀ, ਤਾਂ ਅਖੀਰ ਤੋਂ ਉਹਨੇ ਸੱਚ ਹੀ ਦੱਸਿਆ ਕਿ ਵੀ ਅਗਮ ਅਗੋਚਰ ਨੇ ਉਹ ਸੱਚੇ ਦੀ ਗੱਲ ਕਰਦਾ ਹੋਇਆ ਕਹਿ ਰਿਹਾ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ, ਮੈਂ ਉਸ ਦਾ ਦਾਸ ਹਾਂ ਕਿ ਜਿਹੜਾ ਅਗਮ ਅਗੋਚਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਸੁਰਤ ਸ਼ਬਦ ਭਵ ਸਾਗਰ ਤਰੀਏ। ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਰਹਿ ਇਕਾਂਤ ਇੱਕੋ ਮਨ ਵਸਿਆ, ਇੱਕ ਨੂੰ ਮਨ ਦੇ ਵਿੱਚ ਵਸਾਣਾ, ਸੁਰਤ ਨੂੰ ਸ਼ਬਦ ਦੇ ਵਿੱਚ ਟਿਕਾਣਾ, ਤੇ ਆਸਾ ਦੇ ਵਿੱਚ ਨਿਰਾਸ਼ ਰਹਿਣਾ। ਰਿਹਾ ਜਾ ਸਕਦਾ ਜੇ ਸਾਡੇ ਮਨ 'ਚ ਇੱਕ ਵਸ ਜਾਵੇ, ਤੇ ਅਸੀਂ ਉਸ ਅਗਮ ਅਗੋਚਰ ਤੇ ਇੱਕ ਨਿਰੰਕਾਰ ਨੂੰ ਆਪਣੇ ਚਿੱਤ ਦੇ ਵਿੱਚ ਵਸਾਣਾ। ਸੋ ਤੱਤ ਸਾਰ ਦੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਇਹੋ ਹੀ ਸਾਡੇ ਸਮਝ ਵਿੱਚ ਪੈ ਰਹੀ ਹੈ ਕਿ ਬਚਿਆ ਜਾ ਸਕਦਾ ਜੇਕਰ ਸਾਡੇ ਚਿੱਤ ਦੇ ਵਿੱਚ, ਜੇ ਸਾਡੀ ਚਿੰਤਨ ਦੇ ਵਿੱਚ ਨਿਰੰਕਾਰ ਹੋਵੇ, ਚਿੰਤਨ ਦੇ ਵਿੱਚ ਅਕਾਲ ਹੋਵੇ, ਚਿੰਤਨ ਦੇ ਵਿੱਚ ਇੱਕ ਓੰਕਾਰ ਹੋਵੇ, ਤੇ ਫਿਰ ਇਸ ਸਾਗਰ ਦੇ ਵਿੱਚ ਸੋਹਣੇ ਤਰੀਕੇ ਨਾਲ ਨਿਭਿਆ ਜਾ ਸਕਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।